ਇੱਥੇ ਫਿਰ ਪਾਤਸ਼ਾਹ ਆਪਾਂ ਨੂੰ ਹੁਣ ਸਮਝਾ ਰਹੇ ਹੈ। ਕਹਿੰਦੇ ਤੁਸੀਂ ਜੋਤ ਪ੍ਰਗਟ ਕਰੋ। ਜੋਤ ਜਿੰਨੀ ਦੇਰ ਜੋਤ ਨਹੀਂ ਨਾ ਗੁਰਮੁਖ ਪਿਆਰਿਓ ਪ੍ਰਗਟ ਹੁੰਦੀ, ਉਨੀ ਦੇਰ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਇਹ ਇੱਕ ਸਮਝਾਉਣ ਦੇ ਲਈ ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਤੁਹਾਨੂੰ ਗਿਆਨ ਦਾ ਅੰਜਨ ਪਾਉਣਾ ਪਏਗਾ। ਅੰਜਨ ਕਹਿੰਦੇ ਹੈ ਸੁਰਮੇ ਨੂੰ, ਜਿਹੜਾ ਆਪਾਂ ਸੁਰਮਾ ਅੱਖਾਂ ਦੇ ਵਿੱਚ ਨਹੀਂ ਪਾਉਂਦੇ, ਉਹ ਸੁਰਮਾ। ਪਾਤਸ਼ਾਹ ਕਹਿੰਦੇ ਗਿਆਨ ਦਾ ਸੁਰਮਾ ਪਾਉਣਾ ਪਏਗਾ। ਜਿੰਨੀ ਦੇਰ ਆਪਾਂ ਗਿਆਨ ਦਾ ਸੁਰਮਾ ਨਹੀਂ ਪਾਉਂਦੇ, ਉਨੀ ਦੇਰ ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਨਹੀਂ ਜਾਣਾ। ਅਗਿਆਨਤਾ ਦਾ ਅੰਧੇਰਾ ਨਹੀਂ ਜਾਣਾ। ਪਾਤਸ਼ਾਹ ਕਹਿੰਦੇ ਇਸ ਅੰਜਨ ਨੂੰ, ਭਾਵ ਸੁਰਮੇ ਨੂੰ, ਕੌਣ ਦੇ ਸਕਦਾ, ਕੌਣ ਸਾਡੇ ਨੇਤਰਾਂ 'ਚ ਪਾ ਸਕਦਾ? ਉਹ ਸਤਿਗੁਰੂ ਹੈ। ਸਤਿਗੁਰੂ ਹੀ ਪਾ ਸਕਦਾ। ਹੋਰ ਕੋਈ ਮੜੀਆਂ ਮਸਾਣੀਆਂ ਨਹੀਂ ਪਾ ਸਕਦੀਆਂ, ਕੋਈ ਈਰ ਫਕੀਰ ਨਹੀਂ ਪਾ ਸਕਦੇ। ਕਹਿ ਦਿੱਤਾ ਮੇਰੇ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ। ਪਾਤਸ਼ਾਹ ਵੀ ਕਹਿ ਰਹੇ ਹੈ, ਗੁਰ ਗਿਆਨ ਅੰਜਨ ਸਤਿਗੁਰ ਪਾਇਆ। ਗੁਰ ਗਿਆਨ ਅੰਜਨ ਸਤਿਗੁਰ ਪਾਇਆ, ਅਗਿਆਨ ਅੰਧੇਰ ਵਿਨਾਸੇ। ਕਹਿੰਦੀ ਫਿਰ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ। ਗੁਰਮੁਖ ਪਿਆਰਿਓ, ਉਸ ਅੰਧੇਰੇ ਦਾ ਵਿਨਾਸ਼ ਹੋ ਜਾਂਦਾ। ਫਿਰ ਜਦੋਂ ਉਸ ਅੰਧੇਰੇ ਦਾ ਵਿਨਾਸ਼ ਹੁੰਦਾ, ਫਿਰ ਇਸ ਭੋਲੇ ਜੀਵ ਨੂੰ ਸਮਝ ਲੱਗਦੀ ਹੈ। ਜੋ ਆਪਾਂ ਹਰ ਰੋਜ਼ ਕੁਰਲਾ ਰਹੇ ਹਾਂ, ਹਰ ਰੋਜ਼ ਬੇਨਤੀਆਂ ਜੋਦੜੀਆਂ ਕਰਦੇ ਹਾਂ ਸੰਗਤ ਦੇ ਅੱਗੇ ਕਿ ਸੰਗਤ ਜੀ ਨਾਮ ਜਪੋ, ਨਾਮ ਜਪੋ, ਨਾਮ ਜਪੋ। ਪਰ ਫਿਰ ਵੀ ਕੁਝ ਜੀਵਾਂ ਦੇ ਜੂੰ ਨਹੀਂ ਸਰਕ ਰਹੀ। ਕਿਉਂ? ਕਿਉਂਕਿ ਉਹਨਾਂ ਦੇ ਅਗਿਆਨਤਾ ਦਾ ਹਨੇਰਾ ਅਜੇ ਦੂਰ ਨਹੀਂ ਹੋਇਆ। ਜਦੋਂ ਗਿਆਨ ਦਾ ਅੰਜਨ ਮੇਰੇ ਮਾਲਕ ਨੇ ਪਾ ਦਿੱਤਾ, ਹੁਣ ਗਿਆਨ ਜਿੱਥੇ ਇੱਕ ਪਾਸੇ ਆਪਾਂ ਕਈ ਵਾਰ ਸਤਿਗੁਰ ਆਨੰਦ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਗਿਆਨ ਜੋਤ ਪ੍ਰਗਟ ਕਰਨ ਵੇਲੇ ਆਪਾਂ ਪੜ੍ਹਦੇ ਹਾਂ ਨਾ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਆਪਾਂ ਪੜ੍ਹਦੇ ਹਾਂ ਨਾ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਉਸ ਜੋਤ ਦੇ ਨਾਲ ਸਾਰਿਆਂ ਦੇ ਅੰਦਰ ਚਾਨਣ ਪੈਦਾ ਹੋ ਜਾਂਦਾ ਹੈ। ਪਰ ਉਹ ਜੋਤ ਪ੍ਰਗਟ ਕਿੱਦਾਂ ਹੋਏਗੀ? ਉਹ ਜੋਤ ਪ੍ਰਗਟ ਕਿੱਦਾਂ ਹੋਈ? ਫਿਰ ਮੇਰੇ ਸਾਹਿਬਾਂ ਕਹਿ ਰਹੇ ਹੈ, ਕਹਿੰਦੇ ਉਹ ਜੋਤ ਗੁਰੂ ਦੀ ਸਿੱਖਿਆ ਦੇ ਨਾਲ ਪ੍ਰਗਟ ਹੋਏਗੀ। ਗੁਰੂ ਦੀ ਸਿੱਖਿਆ ਦੇ ਨਾਲ ਪ੍ਰਗਟ ਹੋਏਗੀ। ਇੱਥੇ ਵੀ ਮੇਰੇ ਪਾਤਸ਼ਾਹ ਨੇ ਇਹੀ ਸਮਝਾਇਆ, ਗੁਰ ਗਿਆਨ ਅੰਜਨ ਸਤਿਗੁਰ ਪਾਇਆ, ਅਗਿਆਨ ਅੰਧੇਰ ਵਿਨਾਸੀ। ਜਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਸਤਿਗੁਰ ਸੇਵ ਪਰਮ ਪਦ ਪਾਇਆ। ਕਹਿੰਦੇ ਫਿਰ ਸਤਿਗੁਰੂ ਦੀ ਸੇਵਾ ਕਰਨੀ ਜੀਵ ਸ਼ੁਰੂ ਕਰ ਦਿੰਦਾ। ਫਿਰ ਪਰਮ ਪਦ, ਪਦ ਮੀਨਜ ਰਸਤਾ, ਫਿਰ ਉਹ ਪਰਮ ਗਤੀ ਵਾਲਾ ਰਸਤਾ ਜੀਵ ਅਖਤਿਆਰ ਕਰ ਲੈਂਦਾ। ਫਿਰ ਕੀ ਕਰਦਾ? ਅਖਤਿਆਰ ਕਾਹਦੇ ਨਾਲ ਕਰਦਾ? ਕਾਹਦੇ ਨਾਲ ਕਰਦਾ? ਪਾਤਸ਼ਾਹ ਕਹਿੰਦੇ ਹਰ ਜਪਿਆ ਸਾਸ ਗਰਾਸੀ। ਕਹਿੰਦੇ ਹਰੀ ਨੂੰ ਫਿਰ ਉਹ ਜੀਵ ਸਾਸ ਤੇ ਗਰਾਸ ਜਪਣਾ ਸ਼ੁਰੂ ਕਰ ਦਿੰਦੇ ਆ। ਉਮੀਦ ਹੈ ਕਿ ਸੰਗਤਾਂ ਦੀ ਇਹ ਵਚਨ ਸਮਝ ਦੇ ਵਿੱਚ ਆਏ ਹੋ ਜਾਣੇ। ਪਰ ਅੱਜ ਲਾਈਟ ਜਾਣ ਕਰਕੇ ਇਸ ਕਥਾ ਦੇ 2 ਭਾਗ ਬਣ ਗਏ। ਇਸ ਕਥਾ ਦੇ 2 ਭਾਗ ਹੋ ਗਏ। ਇੱਕ ਭਾਗ ਪਹਿਲਾਂ ਇਹ ਕੱਟ ਹੋ ਗਿਆ ਸੀ ਵਿੱਚ ਦੀ, ਪਰ ਚਲੋ ਕੋਈ ਗੱਲ ਨਹੀਂ, ਮਾਲਿਕ ਕਿਰਪਾ ਕਰਨਗੇ।
जदों जी फिर सास गरास जपना शुरू कर दिंदा, फिर उस पद दे उत्ते, उस रस्ते दे उत्ते उस नूं प्राप्त कर लैंदा, फिर उस रस्ते ते जप लैंदा। अते फिर वो जिहड़ा सतगुरु की सेवा आपां करते हैं, सास ते गरास जपते हैं, ये ही असल सतगुरु की सेवा मन्नी गई है। यही सतगुरु की सेवा मन्नी गई है। समझ लो जिहड़ा जीव सतगुरु की सेवा करनी शुरू कर दिंदा है, उस दे उत्ते मालिक की किरपा हो जाती है। उस दे उत्ते मालिक की किरपा हो जाती है। गुरमुख प्यारिओ, पातशाह कह रहे हैं गुरबाणी दे विच, गुरबाणी गुरु का फरमान है, जिन को हर प्रभ किरपा धारी। कहते जिन्हां दे उत्ते किरपा कीती है मेरे मालिक ने, जिन को हर प्रभ किरपा धारी, ते सतगुर सेवा लाया, जो गुर की जन सेवा करे, सो घर के काम हर लाया। आ है घर का काम गुरमुख प्यारे। इस तो अलावा 24 घंटिया दे विच आपां किन्ना घर का काम करते हैं, वो भी ध्यान दे लो। 24,000 सवासां दे विचों किन्ने क सवास असीं मालिक दे लई अर्पण कर दिन्ने आ, ये भी ध्यान दे लो गुरमुख प्यारे। सिर्फ घर का काम वो है, उदों समझ लो आपां 24 घंटिया दे विच काम करते हैं जदों आपां सतगुरु की सेवा करते हैं, जां ते आपां सिमरन करते हैं, जां फिर हुण जिद्दां अकथा सरवण कर रहे हैं। ये भी जे आपां एक मन एक चित करके कर रहे हैं, एक मन एक चित, ये ना होवे साडे कन्न ते सरवण कर रहे हैं पर साडा मन किसी होर पासे दौड़िया फिरदा है। ये विचारां दे विच है, ये सोचां दे विच है, ये फिकरां दे विच है, ये सहसियां दे विच है। इत्थे संगत ने कहना, वीर जी फिर सहसी चिंता का की करिए, जदों घर दे काम नहीं बनते सहसी चिंता तो होनी है। पर इत्थे भी ध्यान दिओ कि जे असी फिक्र चिंता सहसी करांगे फिर किहड़ा काम बन जाने आ, बनते तो फिर भी नहीं। हाँ जी, तुहाडा चिंता करे तो, फिक्र करे तो, सहसे करे तो कुछ सवरदा है फिर ते कर लो, पर सवरदा ते कुछ है नहीं। जे किसी ने कुछ सवारना है तां उस मालिक की आराधना करिए, उस दा जाप करिए, उस नूं चेते करिए, उस दी सेवा करिए। जदों जीव हरि की सेवा करदे फिर गुरमुख प्यारिओ अपने सवास निर्गुण के खजाने दे विच जमा हो जाते हैं। उन्हां जमा होए सवासां दे बदले सानू नाम धन प्रगट हो जाता है, मिल जाता है। नाम धन दे बदले जो भी अंदरों आपां ने सौदा खरीदना वो आपां नू सौदा प्राप्त हो जाएगा। भाव सौदा किदां दा, जिद्दां आपां विचार करते हुंदे ना, जिद्दां हुणे विचार कीती सी कि शब्द तो बगैर साडी मैल नहीं उतरती। हुण शब्द प्रगट करन दे लई सानू धन की लोड़ है। वो किहड़ा धन है? नाम धन है। जे नाम धन साडे कोले है तो शब्द प्रगट हो जाएगा। जे साडे कोले नाम धन नहीं तो गुरमुखो शब्द प्रगट नहीं होना। शब्द प्रगट नहीं होना तो साडी मैल नहीं उतरनी, क्योंकि पातशाह ने आख्या ना, बिन शब्द दे मैल ना उतरे। आख्या मेरे साहिबा मैल नहीं उतरी,
ਤੇ ਸਾਨੂੰ ਸੱਚਖੰਡ ਦੀ ਪਰਮਿਸ਼ਨ ਨਹੀਂ ਮਿਲਣੀ, ਕਿਉਂਕਿ ਸਾਡਾ ਮਨ ਨਿਰਮਲ ਨਹੀਂ ਹੋਣਾ। ਉੱਥੇ ਨਿਰਮਲ ਬੰਦੇ ਜਾ ਸਕਦੇ ਆ, ਉੱਥੇ ਨਿਰਮਲ ਜਾ ਸਕਦੇ ਆ। ਹੁਣ ਇੱਥੇ ਇੱਕ ਵਾਰ ਕਿਸੇ ਗੁਰਮੁਖ ਨੇ ਵਿਚਾਰ ਕੀਤੀ ਸੀ, ਉਹ ਆਪਣਾ ਤਰਕ ਸਾਂਝਾ ਕਰ ਰਿਹਾ ਸੀ ਕਿ ਵੀਰ ਜੀ, ਤੁਸੀਂ ਹੀ ਕਹਿੰਦੇ ਹੋ ਕਿ ਮਾਲਕ ਕਿਰਪਾਲੂ ਹੈ, ਦਿਆਲੂ ਹੈ। ਆਪਾਂ ਉਸ ਦੇ ਬੱਚੇ ਹਾਂ, ਆਪਾਂ ਮਿਲਣੇ ਚਾਹੁੰਦੇ ਹਾਂ ਕਿ ਉਹ ਮੈਲੇ ਕਚੈਲਿਆਂ ਨੂੰ ਨੇੜੇ ਕਿਉਂ ਨਹੀਂ ਲਾਉਂਦਾ? ਮੈਲੇ ਕਚੈਲਿਆਂ ਨੂੰ ਕਿਉਂ ਨਹੀਂ ਨੇੜੇ ਲਾਉਂਦਾ? ਵਾਕਈ ਤਰਕ ਦੇ ਵਿੱਚ ਦਮ ਸੀ, ਗੁਰਮੁਖ ਦੇ ਤਰਕ ਦੇ ਵਿੱਚ ਦਮ ਸੀ। ਪਰ ਯਾਦ ਕਰੀਏ ਕਿ ਉਹ ਕਰਤਾ ਤੇ ਧਰਤਾ ਹੈ, ਉਸ ਦੇ ਵੀ ਕੁਝ ਨਿਯਮ ਨੇ ਗੁਰਮੁਖ ਪਿਆਰੇ। ਨਿਯਮ ਸਿਧਾਂਤ, ਇਹ ਸਿਧਾਂਤਾਂ ਦੇ ਉੱਤੇ ਪੂਰੀ ਪਿਰਥਵੀ ਮੇਰੇ ਮਾਲਕ ਨੇ ਸਾਜੀ ਹੈ, ਸਿਧਾਂਤਾਂ ਦੇ ਉੱਤੇ ਪਿਰਥਵੀ ਖੜੀ ਹੈ। ਹੁਣ ਜਿਹੜੀ ਗੁਰਮੁਖ ਗੱਲ ਕਰ ਰਿਹਾ ਸੀ ਮੈਲੇ ਤੇ ਕਚੈਲਿਆਂ ਦੀ, ਉਹ ਤਨ ਦੀ ਗੱਲ ਨਹੀਂ ਹੈ ਗੁਰਮੁਖ ਪਿਆਰਿਓ। ਤਨ ਮੈਲਿਆਂ ਨੂੰ ਵੀ ਮੇਰਾ ਮਾਲਕ ਮਿਲਦਾ ਹੈ। ਇੱਕ ਘੋਰੀ ਸਾਧੂ, ਆਪਾਂ ਨੇ ਪਹਿਲਾਂ ਵੀ ਕਈ ਵਾਰ ਬਚਨ ਸਾਂਝੇ ਕੀਤੇ ਆ। ਇੱਕ ਘੋਰੀ ਸਾਧੂ ਹੁੰਦੇ ਆ, ਘੋਰੀ, ਇਹ ਵੀ ਇੱਕ ਜਮਾਤ ਹੈ ਇਹਨਾਂ ਦੀ ਵੀ। ਉਹ ਬਹੁਤ ਘੱਟ ਇਸ਼ਨਾਨ ਕਰਦੇ ਆ, ਉਹ ਮੈਲੇ ਕਚੈਲੇ ਰਹਿੰਦੇ ਆ, ਬਸ ਲਿਬੜੇ ਤਿਬੜੇ ਰਹਿੰਦੇ ਆ। ਬਲਕਿ ਪਿੰਡੇ ਦੇ ਉੱਤੇ ਹੋਰ ਵੀ ਸੁਆਹ ਮਲ ਲੈਂਦੇ ਆ, ਹੋਰ ਵੀ ਸੁਆਹ ਮਲ ਲੈਂਦੇ ਆ। ਕੇਸ ਵੀ ਕਈ ਇੱਦਾਂ ਦੇ ਗੁਰਮੁਖ ਸਾਧੂ ਵੀ ਨੇ ਜਿਨ੍ਹਾਂ ਦੇ ਕੇਸ ਦੇਖੋ ਕਿੱਡੇ ਬੜੇ ਬੜੇ ਜਟਾਂ ਹੁੰਦੀਆਂ ਨੇ। ਜੇ ਅਸੀਂ ਉਹਨਾਂ ਨੂੰ ਕਹੀਏ ਕਿ ਸਾਫ਼ ਕਰ ਲਓ, ਨਹੀਂ ਹੋ ਸਕਦੇ। ਗੱਲ ਤਨ ਦੀ ਨਹੀਂ ਹੈ ਗੁਰਮੁਖ ਪਿਆਰਿਓ, ਗੱਲ ਮਨ ਦੀ ਹੈ। ਮੈਲ ਸਾਡੇ ਤਨ ਨੂੰ ਨਹੀਂ ਲੱਗੀ, ਮੈਲ ਤੇ ਸਾਡੇ ਮਨ ਨੂੰ ਲੱਗੀ ਹੈ। ਮੇਰੇ ਸਾਹਿਬਾਨ ਦਾ ਨਿਯਮ ਹੈ ਕਿ ਆਪਣਾ ਇੱਕ ਖੇਲ ਹੈ, ਇੱਕ ਪੁਆਇੰਟ ਤੈਨੂੰ ਤਾਂ ਮਿਲੇਗਾ ਜੇ ਅੱਗੇ ਟੱਚ ਕਰਕੇ ਆਏਗਾ। ਜਿੱਦਾਂ ਇੱਕ ਕਬੱਡੀ ਦੇ ਵਿੱਚ, ਕਬੱਡੀ ਖੇਲਦੇ ਖਿਡਾਰੀ ਨੇ ਜਦੋਂ ਪੁਆਇੰਟ ਲੈਣਾ ਹੁੰਦਾ ਨਾ, ਉਸ ਨੂੰ ਟੱਚ ਕਰਨਾ ਪੈਂਦਾ, ਅੱਗੋਂ ਵਾਲੇ ਖਿਡਾਰੀ ਨੂੰ ਟੱਚ ਕਰਕੇ ਵਾਪਸ ਆਉਂਦਾ ਤਾਂ ਉਸ ਨੂੰ ਇੱਕ ਪੁਆਇੰਟ ਮਿਲ ਜਾਂਦਾ। ਇੱਦਾਂ ਆਪਾਂ ਵੀ ਤੇ ਖੇਲਣ ਦੇ ਲਈ ਆਏ ਹਾਂ। ਆਪਾਂ ਕਿਹੜਾ ਵੈਸੇ ਆਏ ਹਾਂ? ਘਰ ਤੇ ਹੈ ਨਹੀਂ ਹੈ, ਇਹ ਤੇ ਗਰਾਊਂਡ ਹੈ। ਆਪਾਂ ਤੇ ਖੇਲਣ ਦੇ ਲਈ ਆਏ ਹਾਂ। ਪੁਆਇੰਟ ਤਾਂ ਮਿਲੇਗਾ ਜੇ ਟੱਚ ਕਰਕੇ ਆਵਾਂਗੇ। ਇੱਦਾਂ ਹੀ ਮੇਰੇ ਮਾਲਕ ਨੇ ਸਾਡੇ ਲਈ ਇੱਕ ਗਰਾਊਂਡ ਆਖਿਆ। ਗਰਾਊਂਡ ਦੇ ਵਿੱਚ ਕਹਿੰਦੇ ਮੈਨੂੰ ਤੂੰ ਤਾਂ ਮਿਲ ਸਕਦਾ ਜੇ ਮੈਲ ਤਾਰ ਕੇ ਆਏਗਾ। ਜਿੱਦਾਂ ਇੱਕ ਖਿਡਾਰੀ ਨੂੰ ਅਗਲੇ ਖਿਡਾਰੀ ਦੇ ਪੁਆਇੰਟ ਟੱਚ ਕਰਨ ਦੇ ਲਈ ਜਦੋਂ ਜਹਿਦ ਕਰਨੀ ਪੈਂਦੀ ਹੈ, ਜੇ ਉਹ ਉਸ ਦੇ ਹੱਥ ਲਾਉਂਦਾ ਤਾਂ ਉਹ ਉਸ ਨੂੰ ਫੜ ਲੈਂਦਾ, ਫੜ ਕੇ ਉੱਥੇ ਰੱਖ ਲੈਂਦਾ। ਜੇ ਉਹ ਹੱਥ ਨਹੀਂ ਲਾਉਂਦਾ ਫਿਰ ਉਸ ਨੂੰ ਨੰਬਰ ਨਹੀਂ ਮਿਲਦਾ। ਇਹ ਫਾਰ ਐਗਜ਼ੈਂਪਲ, ਇਸ ਨੂੰ ਹੋਰ ਪਾਸੇ ਨਾ ਲੈ ਜਾਇਓ ਕਿ ਕਬੱਡੀ ਦੀ ਖੇਲ ਨਹੀਂ ਚੱਲਦੀ। ਵੀਰ ਜੀ ਕਿਹੜੀਆਂ ਗੱਲਾਂ ਕਰਦੇ ਹੋ? ਇਹ ਇੱਕ ਸਮਝਾਉਣ ਦੇ ਲਈ, ਜਿੱਦਾਂ ਇੱਕ ਖਿਡਾਰੀ ਨੂੰ ਪੁਆਇੰਟ ਲੈਣ ਦੇ ਲਈ ਜਦੋਂ ਜਹਿਦ ਕਰਨੀ ਪੈਂਦੀ ਹੈ ਤਾਂ ਉਸ ਨੂੰ ਪੁਆਇੰਟ ਮਿਲਦਾ, ਤਾਂ ਉਸ ਨੂੰ ਜਿੱਤ ਮਿਲਦੀ ਹੈ। ਤਾਂ ਉਸ ਦੇ ਜਦੋਂ ਪੁਆਇੰਟ ਲੈ ਕੇ ਆਉਂਦਾ ਫਿਰ ਤਾੜੀਆਂ ਵੱਜਦੀਆਂ ਨੇ ਕਿ ਫਲਾਣਾ ਉਹ ਖਿਡਾਰੀ ਪੁਆਇੰਟ ਲੈ ਕੇ ਆਇਆ। ਕਿਉਂ? ਕਿਉਂਕਿ ਉਹ ਗਰਾਊਂਡ ਦੇ ਵਿੱਚ ਸੀ। ਪਹਿਲਾਂ ਗਰਾਊਂਡ ਤੋਂ ਬਾਅਦ ਜਾਂ ਪਹਿਲਾਂ ਉਹ ਖਿਡਾਰੀ ਦੋਨੋਂ ਕੋਲੇ ਕੋਲ ਫਿਰਦੇ ਹੁੰਦੇ ਆ। ਜਿੰਨੀ ਵਾਰੀ ਜੱਫੀਆਂ ਪਾਉਣ, ਹੱਥ ਲਾਉਣ, ਕੋਈ ਮਤਲਬ ਨਹੀਂ ਹੁੰਦਾ, ਕੋਈ ਮਤਲਬ ਨਹੀਂ ਹੁੰਦਾ, ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ। ਪਰ ਉਦੋਂ ਜਦੋਂ ਗਰਾਊਂਡ ਦੇ ਵਿੱਚ ਹੁੰਦੇ ਆ, ਉਦੋਂ ਇਹ ਜੱਦੋ ਜਹਿਦ ਹੈ।
ਹੁਣ ਆਪਾਂ ਵੀ ਗੁਰਮੁਖ ਪਿਆਰਿਓ ਗਰਾਊਂਡ ਦੇ ਵਿੱਚ ਆਏ ਹੋਏ ਆ। ਅਸੀਂ ਵੀ ਜੱਦੋ ਜਹਿਦ ਕਰਨੀ ਹੈ। ਮਾਇਆ ਨੇ ਕਹਿਣਾ ਮੈਂ ਤੇਰੀ ਮੈਲ ਨਹੀਂ ਉਤਰਨ ਦੇਣੀ, ਪਰ ਆਪਾਂ ਨੇ ਇਸ ਮੈਲ ਨੂੰ ਉਤਾਰਨਾ। ਆਪਾਂ ਮਾਲਕ ਦੇ ਕੋਲੇ ਫੇਰ ਜਾ ਸਕਦੇ ਹਾਂ ਜਦੋਂ ਸਾਡੇ ਮਨ ਦੀ ਮੈਲ ਉਤਰੇਗੀ। ਜਿੰਨੀ ਦੇਰ ਸਾਡੇ ਮਨ ਦੀ ਮੈਲ ਨਹੀਂ ਉਤਰਦੀ ਓਨੀ ਦੇਰ ਸਾਨੂੰ ਇਹ ਪੁਆਇੰਟ ਨਹੀਂ ਮਿਲੇਗਾ, ਸਾਨੂੰ ਜਿੱਤ ਹਾਸਲ ਨਹੀਂ ਹੋਏਗੀ, ਅਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਸਾਨੂੰ ਸੱਚਖੰਡ ਜਾਣ ਦੀ ਇਜਾਜ਼ਤ ਨਹੀਂ ਹੋਏਗੀ। ਗੁਰਮੁਖ ਪਿਆਰਿਓ ਪਤਾ ਲੱਗਿਆ ਇਸ ਪੁਆਇੰਟ ਤੇ? ਜਿਹੜਾ ਇਹ ਗੁਰਮੁਖ ਨੇ ਮੈਨੂੰ ਸਵਾਲ ਕੀਤਾ ਸੀ, ਇਸ ਉਹ ਗੁਰਮੁਖ ਦਾ ਇਹ ਸਵਾਲ ਸੀ। ਵਾਕਈ ਉਸ ਦਾ ਸਵਾਲ ਠੀਕ ਸੀ ਕਿ ਪਿਤਾ ਨੂੰ ਸਾਨੂੰ ਗੱਲ ਨਾਲ ਲਾ ਲੈਣਾ ਚਾਹੀਦਾ, ਅਸੀਂ ਜਿੱਦਾਂ ਦੇ ਮਰਜ਼ੀ ਹੋਈਏ। ਹਾਂ ਲਾਏਗਾ ਜਦੋਂ ਅਸੀਂ ਭੋਲੇ ਭਾਗ ਤੇ ਵੱਖਰੀ ਗੱਲ ਹੈ। ਅੱਜ ਹੁਣ ਤੇ ਆਪਾਂ ਖਿਲਾੜੀ ਬਣ ਕੇ ਗਰਾਊਂਡ ਦੇ ਵਿੱਚ ਆਏ ਹੋਏ ਹਾਂ। ਸਾਰੇ ਖਿਲਾੜੀਆਂ ਦੇ ਲਈ ਇੱਕੋ ਜਿਹੇ ਨਿਯਮ ਨੇ। ਖੇਲ ਉਹੀ ਅੰਦਰ ਤੇ ਬਾਹਰ ਦਾ ਜਿਹੜਾ ਦਾਸ ਰੋਜ਼ ਸੰਗਤ ਦੇ ਨਾਲ ਸਾਂਝਾ ਕਰਦਾ। ਹੁਣ ਫਿਰ ਉਹ ਮੈਲ ਆਪਾਂ ਨੂੰ ਉਤਾਰਨੀ ਪਏਗੀ। ਅਸਲੀ ਕੁਝ ਮੈਲ ਤੇ ਅਸੀਂ ਇਸ ਸਾਸ ਗਰਾਸ ਦੇ ਨਾਲ, ਸਵਾਸ ਸਵਾਸ ਦੇ ਨਾਲ ਆਪਾਂ ਉਤਾਰ ਸਕਦੇ ਹਾਂ। ਬਾਕੀ ਰਹਿੰਦੀ ਮੈਲ ਸਾਨੂੰ ਸ਼ਬਦ ਦੇ ਨਾਲ ਉਤਾਰਨੀ ਪਏਗੀ। ਸ਼ਬਦ ਸਾਨੂੰ ਅੰਦਰੋਂ ਪ੍ਰਗਟ ਕਰਨਾ ਪਏਗਾ। ਜਿਹੜੇ ਗੁਰਮੁਖ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਦੇ ਜਾਂ ਹੁਣ ਕਰਨਗੇ, ਮਾਲਕ ਨੇ ਉਹਨਾਂ ਨੂੰ ਕੁਝ ਪੁਆਇੰਟ ਦੇ ਦੇਣੇ ਆ, ਕੁਝ ਨੰਬਰ ਦੇ ਦੇਣੇ ਆ, ਤਾਂ ਕਿ ਸਾਡੇ ਕੋਲੇ ਕੁਝ ਨਾਮ ਧਨ ਜੁੜ ਜਾਏਗਾ। ਇਸ ਨਾਮ ਧਨ ਦੇ ਬਦਲੇ ਫਿਰ ਸਾਡੇ ਅੰਦਰ ਸ਼ਬਦ ਪ੍ਰਗਟ ਹੋਏਗਾ। ਫਿਰ ਬਾਕੀ ਮੈਲ ਆਪਾਂ ਸ਼ਬਦ ਦੇ ਨਾਲ ਉਤਾਰਾਂਗੇ ਅਤੇ ਆਪਾਂ ਜਦੋਂ ਨਿਰਮਲ ਹੋ ਗਏ ਫਿਰ ਗੁਰਮੁਖ ਪਿਆਰਿਓ ਆਪਣਾ ਮਾਲਕ ਦੇ ਨਾਲ ਮਿਲਾਪ ਹੋ ਜਾਣਾ। ਆਪਾਂ ਖੇਲ ਜਿੱਤ ਕੇ ਖੁਸ਼ੀ ਖੁਸ਼ੀ ਘਰ ਨੂੰ ਜਾਵਾਂਗੇ। ਚਲੋ ਫਿਰ ਹੁਣ ਮੈਲ ਲਾਉਣ ਦੇ ਲਈ ਜੋ ਆਪਾਂ ਹੀ ਰੋਜ਼ ਵਿਚਾਰ ਕਰਦੇ ਹਾਂ ਕਿ ਮੈਲ ਗੱਲਾਂ ਨਾਲ ਤੇ ਉਤਰਨੀ ਨਹੀਂ, ਕਥਾ ਨਾਲ ਤੇ ਉਤਰਨੀ ਨਹੀਂ। ਮੈਲ ਉਤਾਰਨ ਦੇ ਲਈ ਤੇ ਆਪਾਂ ਨੂੰ ਭਗਤੀ ਭਜਨ ਬੰਦਗੀ ਕਰਨੀ ਪੈਣੀ ਹੈ। ਦਰ ਦੇ ਉੱਤੇ ਬੈਠੇ ਸਾਡੇ ਪਿਤਾ ਨੂੰ ਆਵਾਜ਼ਾਂ ਮਾਰਨੀਆਂ ਪੈਣੀਆਂ ਨੇ। ਗੁਰਮੁਖ ਪਿਆਰਿਓ ਜੱਦੋ ਜਹਿਦ ਸਾਨੂੰ ਕਰਨੀ ਪੈਣੀ ਹੈ। ਅਤੇ ਇਹ ਵੀ ਧਿਆਨ ਰੱਖਿਓ, ਇਹ ਜੱਦੋ ਜਹਿਦ ਵੀ ਇੱਕ ਜਿੱਦਾਂ ਖਿਲਾੜੀ ਨੂੰ ਕੋਚ ਟ੍ਰੇਨਿੰਗ ਦਿੰਦਾ, ਫਿਰ ਉਹ ਖਿਲਾੜੀ ਚੰਗਾ ਖਿਲਾੜੀ ਬਣਦਾ, ਫਿਰ ਉਹ ਪੁਆਇੰਟ ਲੈ ਕੇ ਆਉਂਦਾ। ਇੱਦਾਂ ਹੀ ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕੋਚ ਦਾ ਕੰਮ ਕਰਦੇ। ਉਹ ਆਪਾਂ ਸਮਝਾ ਰਹੇ ਆ ਕਿ ਜਿਹੜੇ ਨਿਯਮ ਨੇ ਨਾ, ਨਿਯਮ ਇਹਨਾਂ ਨੂੰ ਫੋਲੋ ਕਰਿਆ ਕਰੋ, ਇਹ ਨਿਯਮਾਂ ਨੂੰ ਫੋਲੋ ਕਰਿਆ ਕਰੋ, ਧਿਆਨ ਰੱਖਿਆ ਕਰੋ। ਕਿਹੜੇ ਨਿਯਮ ਨੇ? ਪਹਿਲਾ ਨਿਯਮ ਨੇਤਰਾਂ ਨੂੰ ਬੰਦ ਕਰਨਾ। ਦੂਜਾ ਨਿਯਮ, ਜਿਹੜਾ ਦੂਜਾ ਨਿਯਮ ਉਹ ਨਿਯਮ ਹੈ ਗੁਰਮੁਖ ਪਿਆਰਿਓ ਆਪਣੀ ਆਵਾਜ਼ ਨੂੰ ਆਪ ਸੁਣਨਾ। ਆਪਣੀ ਆਵਾਜ਼ ਨੂੰ ਆਪ ਸੁਣਨਾ। ਤੀਜਾ ਨਿਯਮ ਇਸ ਗੁਰਮੰਤਰ ਦੇ ਨਾਲ ਪਿਆਰ ਕਰਨਾ। ਗੁਰਮੰਤਰ ਦੇ ਨਾਲ ਪਿਆਰ ਕਰਨਾ। ਇਹਨਾਂ ਤਿੰਨੇ ਨਿਯਮਾਂ ਨੂੰ ਆਪਾਂ ਨੇ ਫੋਲੋ ਕਰਨਾ। ਤਿੰਨੇ ਨਿਯਮਾਂ ਨੂੰ ਫੋਲੋ ਕਰਕੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕਿਹੜੀਆਂ ਖੁਸ਼ੀਆਂ? ਜੋ ਆਪਾਂ ਰੋਜ਼ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਗਾਵੀਏ, ਸੁਣੀਏ, ਮਨ ਰੱਖੀਏ, ਪਾਓ।
जदों तिन्ने नियम फॉलो कर ले फिर की आखे, दुख पर हर सुख घर ले जाए। फिर दुखां नूं खंभ ला के उड़ जाना चाहिए, सुखां नूं आपां घर ले जावांगे। हुण सारे गुरमुख बड़े प्यार दे नाल नेत्रां नूं सामने खाली खला दे विच देखदे देखदे बंद करो गुरमुख प्यारिओ। नेत्रां नूं बंद कर लो अते ध्यान रखना है कि अपनी आवाज़ आपां आप सुननी है। अते हुण खास करके कोई भी गुरमुख अनम्यूट ना कहे, बच्चिआं नूं ना हथ लाउण दिओ तां कि असी किसी दे रंग दे विच भंगणा ना बन जाइए। गुरमुखां दियां सिमरन करदे करदे सुरतियां चलियां जांदियां ने, लिव लग जाती है मेरे साहिबां दे नाल। इस करके हुण आपां सारिआं ने ध्यान दे के आपो अपना ये ध्यान रखना है। हुण गुरमुख प्यारिओ करो जी नेत्र बंद, करो जी शुरू। वाहिगुरू 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 वाहिगुरू
ਵਾਹਿਗੁਰੂ 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 ਵਾਹਿਗੁਰੂ। ਹੁਣ ਸਰੀਰ ਨੂੰ ਬਿਲਕੁਲ ਢਿੱਲਾ ਛੱਡਦੇ ਜਾਓ। ਆਪਣਾ ਧਿਆਨ ਆਪਣੀ ਆਵਾਜ਼ ਦੇ ਵਿੱਚ ਪਰਪੱਕ ਕਰ ਲਓ ਗੁਰਮੁਖ ਪਿਆਰਿਓ। ਬਿਲਕੁਲ ਸਰੀਰ ਨੂੰ ਢਿੱਲਾ ਛੱਡਦੇ ਜਾਓ। ਕਰੋ ਜੀ ਸ਼ੁਰੂ। ਵਾਹਿਗੁਰੂ 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 ਹੁਣ ਗੁਰਮੁਖ ਪਿਆਰਿਓ ਸ਼ਬਦ ਉਚਾਰਨਾ ਬੰਦ ਕਰ ਦਿਓ। ਹੁਣ ਆਪਾਂ ਗੁਰਮੰਤਰ ਨਹੀਂ ਉਚਾਰਨ ਕਰਨਾ। ਹੁਣ ਆਪਾਂ ਨੇ ਆਪਣੇ ਅੰਦਰ ਜੋ ਅਨਹਦ ਬਾਣੀ ਚੱਲ ਰਹੀ ਹੈ, ਜਿਸ ਨੂੰ ਹੁਣ ਆਪਾਂ ਕਥਾ ਦੇ ਵਿੱਚ ਗੁਰਮੁਖ ਪਿਆਰਿਓ ਸ਼ਬਦ ਦਾ ਨਾਂ ਲੈ ਕੇ ਵੀ ਪੁਕਾਰਿਆ ਸੀ, ਉਸ ਸ਼ਬਦ ਨੂੰ ਆਪਾਂ ਨੇ ਅੰਦਰੋਂ ਪ੍ਰਗਟ ਕਰਨਾ ਹੈ। ਪ੍ਰਗਟ ਤੇ ਬਾਲਕ ਚੱਲ ਹੀ ਰਿਹਾ ਸਾਡੇ ਅੰਦਰ ਨਿਰੰਤਰ। ਆਪਾਂ ਨੇ ਉਸ ਨੂੰ ਸੁਣਨਾ ਹੈ। ਹੁਣ ਸਿਮਰਨ ਕਰ ਕਰਕੇ ਆਪਾਂ ਆਪਣੇ ਮਨ ਨੂੰ ਚੁੱਪ ਕਰਾਏ। ਆਪਣਾ ਮਨ ਜਦੋਂ ਚੁੱਪ ਹੋ ਜਾਏਗਾ, ਉਦੋਂ ਸਾਨੂੰ ਅੰਦਰ ਦੀ ਉਹ ਆਵਾਜ਼ ਜਿਹਨੂੰ ਅਨਹਦ ਬਾਣੀ ਕਹਿੰਦੇ ਹੈ, ਜਿਹਨੂੰ ਸ਼ਬਦ ਕਹਿੰਦੇ ਹੈ, ਉਹ ਗੁਰਮੁਖ ਪਿਆਰੋ ਅੰਦਰੋਂ ਪ੍ਰਗਟ ਹੋਏਗਾ, ਸੁਣਾਈ ਦੇਗਾ। ਹੁਣ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਜਿਨ੍ਹਾਂ ਗੁਰਮੁਖਾਂ ਤੇ ਮਾਲਕ ਦੀ ਬਖਸ਼ਿਸ਼ ਹੋ ਗਈ, ਜਿਨ੍ਹਾਂ ਨੂੰ ਅਨਹਦ ਬਾਣੀ ਉਹ ਸ਼ਬਦ ਸੁਣਾਈ ਦਿੰਦੇ ਹੈ, ਉਹ ਮਨ ਦਾ ਆਸਨ ਸਾਹਮਣੇ ਖਾਲੀ ਖਲਾ ਦੇ ਵਿੱਚ ਤਰਕੁੱਟੀ ਤੋਂ 1 ਫੁੱਟ ਦੀ ਦੂਰੀ ਦੇ ਉੱਤੇ ਅੱਗੇ ਜਾ ਕੇ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਅਤੇ ਬਾਕੀ ਰਹਿੰਦੇ ਗੁਰਮੁਖ ਸਾਰਾ ਧਿਆਨ ਇਕਾਗਰ ਕਰੋ। ਇਕਾਗਰ ਕਰਕੇ ਆਪਣੇ ਕੰਨਾਂ ਦੇ ਕੋਲ ਲੈ ਜਾਓ। ਉੱਥੋਂ ਗੁਰਮੁਖ ਪਿਆਰਿਓ ਅੰਦਰੋਂ ਆਵਾਜ਼ ਸੁਣੋ। ਜਿਹੜੀ ਉਹ ਆਵਾਜ਼ ਆਏਗੀ ਕਿੱਦਾਂ ਦੀ ਹੋਏਗੀ? ਜਿੱਦਾਂ ਘੁੰਗਰੂ ਛਣਕਦੇ ਆ, ਜਿੱਦਾਂ ਚਿੜੀਆਂ ਨੇ ਚਹਿਚਹਾਟ ਪਾਈ, ਚਿੜੀਆਂ ਬੋਲਦੀਆਂ, ਜਿੱਦਾਂ ਹਾਰਮੋਨੀਅਮ ਵੱਜਦਾ, ਤਬਲਾ ਵੱਜਦਾ, ਜਿੱਦਾਂ ਬੱਦਲ ਗੱਜਦੇ ਆ ਗੁਰਮੁਖ ਪਿਆਰਿਓ, ਜਿੱਦਾਂ ਬਾਰਿਸ਼ ਆਉਂਦੀ ਹੈ, ਐਦਾਂ ਦੀ ਕੋਈ ਵੀ ਧੁਨ ਸੁਣਾਈ ਦੇਵੇ। ਜਦੋਂ ਤੁਹਾਨੂੰ ਸੁਣਾਈ ਦੇਗੀ, ਸਮਝ ਲਓ ਵੱਡੀਆਂ ਭਾਗਾਂ ਵਾਲੇ ਹੋ ਗਏ, ਕਰਮਾਂ ਵਾਲੇ ਹੋ ਗਏ। ਉਸ ਸ਼ਬਦ, ਇਸ ਨੂੰ ਧੁਨ ਕਹਿੰਦੇ, ਨਾਮ ਕਹਿੰਦੇ ਆ, ਅਨਹਦ ਬਾਣੀ ਕਹਿੰਦੇ ਆ।
ये अंदरों प्रगट करनी है। इस वेले 400 तो 450 तक संगत जुड़ी है अते इन्हां दे विचों 100-150 गुरमुख मालिक दी बख्शिश दे नाल ऐदां दा जिन्हां नूं वो शब्द सुनाई दिंदे आ, शब्द प्रगट ने जिन्हां दे अंदर। बाकी रहिंदी संगत मन चित इकागर करके सारिਆਂ ने आपां ने शब्द सुनने हैं। हुण अडोल अवस्था दे विच सारे गुरमुख प्यारे बैठण दी किरपालता करो जी। वाहिगुरू। हुण गुरमुख प्यारिओ आपां थोड़े जे नेत्रां नूं खोलांगे अते नेड़े ही देखण दी कोशिश करनी है। सारे गुरमुखां ने थोड़े जे नेत्रां नूं खोलो ते बिल्कुल नेड़े देखण दी किरपालता करो। ज्यों ही गुरमुखां ने नेत्र खोले आ, अभ्यासी जीवन नूं परम पिता परमात्मा प्रकाश रूप दर्शन दे दारे हो जाते हैं। अते जो अभ्यास कर रहे हैं अजे सफल नहीं हुए, उन्हां नूं धुंधलापन नज़र आउंदा। उस धुंधलेपन देखना है गुरमुख प्यारे प्यार दे नाल। मेरे मालिक ने तरस करना है, रहम करना है साडे ते। सानू उत्थों मालिक दे दर्शन होने आ। अज नहीं कल, कल नहीं परसों, कुछ ना कुछ जदों आपां प्रैक्टिस करांगे ते मालिक ने किरपा करनी है। हुण गुरमुख प्यारे होर नेत्रां नूं खोलदे जाओ, नेड़े ही देखते रहो, खोलते जाओ खोलते जाओ। वाहिगुरू जी का खालसा, वाहिगुरू जी की फतेह। बहुत बहुत धन्यवाद सारे गुरमुख प्यारिआं दा। मेरे मालिक ने तरस कीता, रहम कीता अपने ते। आपां नूं इह सतसंगत दीआं घड़ियां बख्शिश होईआं गुरमुख प्यारिओ। सतसंगत दे विच बह के आपां निंदिया, चुगली, बैर, विरोध, ईरखा तो बचे अपने सुआसां नूं मालिक दे निर्गुण दे खजाने दे विच जमा करवाया। अते एक होर गल हमेशा याद रखिया करो, ज्यों जो आप अकथ कथा सरवण करते हो त्यों त्यों गुरमुख प्यारिओ नाल अंतरगत सिमरन चलना चाहिए। जिहड़े जीवां दे शब्द प्रगट है, वो नाल शब्द भी सुन सकते हैं ते कथा भी सुन सकते हैं। नहीं बाकी जीव अंतरगत सिमरन भी करते रहना अते कथा भी सुनते रहना। जे ये औखी लगती है, जिहड़े जीव प्रकाश रूप दे दर्शन कर लेंदे आ, वो गुरमुख प्यारिओ मालिक दी देख देख के सेवा भी करी जानी अते नाल कथा भी सरवण करी जाने। भाव आपां ने दो काम करते रहने ताकि एक पासों ना हाजरी दूजे पासे सही, दूजे पासे ना दूजे पासे सही, ससी गैर हाजिर ना होइए मालिक दे घर। ऐदां गुरमुख प्यारिओ आपां ने सुआसां नूं सफले करना है। हुण वक्त हो गया, समा हो गया अते हाँ एक कल नूं ग्रुप दे विच पाया होया है अते गुरमुखां दे वल्लों खुला सद्दा भी दिता होया है। कल नूं भाई साहब भाई जतिंदर सिंह जी सूलर घराट नेड़े संगरूर रोड तो दिड़वा नूं जाइए, आपां ना संगरूर तो दिड़वा पात्रा नूं जाइए, रस्ते दे विच संगरूर तो तकरीबन 20 किलोमीटर दूर सूलर घराट एक अड्डा पैंदा है। उस सूलर घराट अड्डे तो सूलर पिंड है किलोमीटर 1.5 किलोमीटर की दूरी के उत्ते।
ਉੱਥੇ ਗੁਰਮੁਖਾਂ ਦਾ ਖੁੱਲ੍ਹਾ ਸੱਦਾ ਹੈ ਸਾਰਿਆਂ ਨੂੰ, ਨੇੜੇ ਨੇੜੇ ਦੇ ਦੂਰ ਦਰਾਡੇ ਤੋਂ ਵੀ ਜਿੰਨੇ ਵੀ ਗੁਰਮੁਖ ਆ ਸਕਦੇ ਆ, ਜਿਨ੍ਹਾਂ ਦੇ ਕੋਲੇ ਵੀ ਕੋਈ ਸਾਧਨ ਹੈ, ਬੱਸਾਂ ਨੇ, ਸਮਾਂ ਹੈ, ਇਹ ਸਤਸੰਗਤ ਦੀਆਂ ਘੜੀਆਂ ਨੇ। ਗੁਰਮੁਖ ਪਿਆਰਿਓ, ਆਪਾਂ ਨੇ ਸਾਰਿਆਂ ਨੇ ਪਹੁੰਚਣਾ। ਗੁਰਮੁਖਾਂ ਦਾ ਖੁੱਲ੍ਹਾ ਸੱਦਾ ਹੈ ਸਾਰੀ ਸੰਗਤ ਨੂੰ, ਆਪਾਂ ਹੁੰਮ ਹੁਮਾ ਕੇ ਸਾਰਿਆਂ ਨੇ ਪਹੁੰਚਣਾ। ਆਪਾਂ ਲਾਹਾ ਲਈਏ, ਉੱਥੇ ਬਹਿ ਕੇ ਆਪਾਂ ਗੁਰਮੁਖ ਪਿਆਰਿਓ ਕੁਝ ਧਿਆਨ ਦੀ ਕਲਾਸ ਵੀ ਲਵਾਵਾਂਗੇ। ਉੱਥੇ ਕੁਝ ਆਪਾਂ ਧਿਆਨ ਦੀ ਕਲਾਸ ਦੇ ਵਿੱਚ ਬਿਠਾਵਾਂਗੇ ਗੁਰਮੁਖਾਂ ਨੂੰ 15 ਮਿੰਟ। ਮੇਰਾ ਮਾਲਿਕ ਕੁਝ ਨਾ ਕੁਝ ਪੱਲੇ ਪਾਏਗਾ। ਹੁਣ ਤਾਂ ਠੀਕ ਹੈ, ਆਪਾਂ ਦੂਰ ਐਪ ਦੇ ਜ਼ਰੀਏ ਇਹ ਸੰਗਤ ਕਰ ਰਹੇ ਹਾਂ, ਪਰ ਜਦੋਂ ਸਾਹਮਣੇ ਬਹਿ ਕੇ ਕਥਾ ਹੁੰਦੀ ਹੈ ਉਦੋਂ ਕੁਛ ਹੋਰ ਹੀ ਆਨੰਦ ਆਉਂਦਾ ਹੈ। ਸੰਗਤ ਦੇ ਵਿੱਚ ਆ ਕੇ ਸਾਡੀ ਮਨ ਦੀ ਮੈਲ ਉਤਰਦੀ ਹੈ ਅਤੇ ਸੰਗਤ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜ਼ਿਆਦਾ ਗੁਰਮੁਖਾਂ ਨੇ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸੰਗਤ ਦੇ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ। 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਆਪਣਾ ਸੱਦਾ ਹੈ। ਉਸ ਤੋਂ ਅੱਗੇ ਪਿੱਛੇ ਵੀ ਆਪਾਂ ਕਰ ਸਕਦੇ ਹਾਂ। ਸੰਗਤ ਵੱਧ ਗਈ, ਜ਼ੋਰ ਹੋਇਆ, ਲੇਟ ਆਈ ਤਾਂ ਆਪਾਂ ਹੋਰ ਵਧਾ ਲਾਂਗੇ। ਆਪਣੇ ਘਰ ਦਾ ਕੰਮ ਹੈ, ਆਪਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਆਪਾਂ ਨੇ 2 ਹੀ ਘੰਟੇ ਲਾਉਣੇ। ਮਾਲਕ ਸੇਵਾ ਲਵੇ ਜਿੰਨੀ ਵੀ ਲੈ ਸਕਦਾ। ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰਮੁਖ ਪਿਆਰਿਓ, ਗੁਰਮੁਖੋ ਇੰਨੀ ਕੁ ਹਾਜ਼ਰੀ ਨੂੰ ਪ੍ਰਵਾਨ ਕਰਿਓ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।